ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਜਿਹੜੀ ਚਰਚਾ ਕਰਨ ਜਾ ਰਹੇ ਹਾਂ ਬੜੀ ਹੀ ਇੰਪੋਰਟੈਂਟ ਇਸ਼ੂ ਹੈ ਜਿਹੜਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਆ, ਕਿਉਂਕਿ ਜਦੋਂ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਸੀ ਉਦੋਂ ਜੋ ਬਾਈਡਨ ਜਿਹੜੇ ਕਿ ਹੁਣ ਸਾਡੇ ਰਾਸ਼ਟਰਪਤੀ ਬਣੇ ਨੇ, ਉਹਨਾਂ ਨੇ ਹਮੇਸ਼ਾ ਇੱਕੋ ਹੀ ਗੱਲ ਕਹੀ ਸੀ ਕਿ ਇਮੀਗ੍ਰੇਸ਼ਨ ਵਿੱਚ ਰਿਫਾਰਮਸ ਲੈ ਕੇ ਆਉਣਗੇ, ਇਮੀਗ੍ਰੇਸ਼ਨ ਪਾਲਿਸੀ ਨੂੰ ਚੇਂਜ ਕਰਨਗੇ। ਤੇ ਉਹਨੂੰ ਦੇਖਦੇ ਹੋਏ ਲੋਕਾਂ ਦੀਆਂ ਉਮੀਦਾਂ ਵੀ ਬਹੁਤ ਖੜੀਆਂ ਹੋ ਗਈਆਂ ਸੀ। ਹੁਣ ਉਹਨਾਂ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ ਔਰ ਇਸ ਤੇ ਕਾਰਵਾਈ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਇਮੀਗ੍ਰੇਸ਼ਨ ਬਿੱਲ ਲਿਆਉਣ ਦੀ ਗੱਲ ਕੀਤੀ ਗਈ ਸੀ, ਜਿਹੜਾ ਕਿ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਕੀ ਹੈ ਉਸ ਬਿੱਲ ਦੇ ਵਿੱਚ ਔਰ ਕਿਹੜੇ-ਕਿਹੜੇ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ, ਇਹਦੇ ਬਾਰੇ ਗੱਲਬਾਤ ਕਰਨ ਲਈ ਵਿਵੇਕ ਮਲਿਕ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਕਿ ਇਮੀਗ੍ਰੇਸ਼ਨ ਅਟਰਨੀ ਨੇ ਅਮਰੀਕਾ ਦੇ ਵਿੱਚ। ਵਿਵੇਕ ਜੀ, ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸੰਜੀਵ ਜੀ। ਸਾਰੇ PTC ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਨਮਸਤੇ। ਵਿਵੇਕ ਜੀ, ਜੋ ਬਾਈਡਨ ਹਮੇਸ਼ਾ ਕਹਿੰਦੇ ਆਏ ਸੀ ਕਿ ਇਮੀਗ੍ਰੇਸ਼ਨ ਰਿਫਾਰਮਸ ਕਰਨੇ ਆ, ਇਮੀਗ੍ਰੇਸ਼ਨ ਪਾਲਿਸੀ ਵਿੱਚ ਚੇਂਜਸ ਲੈ ਕੇ ਆਉਣੀਆਂ ਨੇ ਔਰ ਲਗਾਤਾਰ ਜਦੋਂ ਤੋਂ ਉਹਨਾਂ ਨੇ ਆਪਣਾ ਅਹੁਦਾ ਸੰਭਾਲਿਆ ਸੀ, ਉਹਨਾਂ ਨੇ ਕਿਹਾ ਸੀ ਪਹਿਲੇ 100 ਦਿਨਾਂ ਦੇ ਵਿੱਚ ਮੈਂ ਜੀ ਇਹ ਕਰੂੰਗਾ। ਔਰ ਹੁਣ ਉਹਨਾਂ ਨੇ ਬਿੱਲ ਵੀ ਪੇਸ਼ ਕਰ ਦਿੱਤਾ ਸੀ ਪਿਛਲੇ ਦਿਨਾਂ ਦੇ ਵਿੱਚ। ਜੀ, ਤੇ ਇਮੀਗ੍ਰੇਸ਼ਨ ਬਿੱਲ ਦੇ ਵਿੱਚ ਹੈ ਕੀ ਹੈ, ਕਿਹਨੂੰ ਇਹਦਾ ਬੈਨੀਫਿਟ ਹੋ ਸਕਦਾ ਜੀ? ਇਹ ਫਰਵਰੀ 18 ਤਰੀਕ ਨੂੰ ਇਹ ਬਿੱਲ ਜਿਹੜਾ ਹੈ ਕਾਂਗਰਸ ਦੇ ਵਿੱਚ ਪੇਸ਼ ਹੋਇਆ ਹੈ ਤੇ ਇਹਨੂੰ ਸੈਨੇਟਰ ਮੈਂਡੇਜ਼ਾ ਜਿਹੜੇ ਨੇ ਉੱਥੇ ਨਿਊ ਜਰਸੀ ਸੈਨੇਟਰ ਨੇ ਉਹਨਾਂ ਨੇ ਇੰਟਰੋਡਿਊਸ ਕੀਤਾ ਤੇ ਇਹ ਬਹੁਤ ਹੀ ਕੰਪਰੀਹੈਂਸਿਵ ਬਿੱਲ ਹੈ, ਬਹੁਤ ਵੱਡਾ ਬਿੱਲ ਹੈ। ਹਜੇ ਇਹਦੀ ਜਿਹੜੀ ਉਹ ਕੀ ਕਹਿੰਦੇ ਨੇ ਛਟਾਈ ਨਹੀਂ ਹੋਈ ਕਿ ਕੀ ਇਹਦੇ 'ਚ ਕੀ ਕਿੱਦਾਂ ਬਣੇਗਾ, ਗੱਲ ਬਣੇਗੀ, ਕਿਉਂਕਿ ਇੰਨਾ ਵਾਸਟ ਬਿੱਲ ਹੈ ਕਿ ਸਾਰੀ ਚੀਜ਼ਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਲਾਗੂ ਹੋ ਪਾਉਣਗੀਆਂ, ਕਿਉਂਕਿ ਬਹੁਤ ਜ਼ਿਆਦਾ ਓਪੋਜੀਸ਼ਨ ਵੀ ਹੋਏਗੀ, ਦੋਨੋਂ ਪਾਸੋਂ, ਡੈਮੋਕ੍ਰੇਟਸ ਪਾਸਿਓਂ ਵੀ ਤੇ ਰਿਪਬਲਿਕਨ ਪਾਸਿਓਂ ਵੀ। ਬਟ ਇਹਨਾਂ ਨੇ ਇਸ ਕਰਕੇ ਪੂਰਾ ਦਾ ਪੂਰਾ ਬਿੱਲ ਇੱਕ ਪਾਸੇ ਇੱਕ ਤਰੀਕੇ ਨਾਲ ਸੁੱਟਿਆ ਹੈ, ਇਸ ਕਰਕੇ ਕਿ ਇਹਦੇ 'ਚ ਹੁਣ ਦੇਖਦੇ ਹਾਂ ਕੀ ਛੱਡ ਕੇ ਬਾਹਰ ਸੁੱਟਿਆ ਜਾਂਦਾ, ਕੀ ਰਹਿ ਸਕਦਾ ਹੈ। ਕਿਉਂਕਿ ਜੇ ਤੁਸੀਂ ਪਹਿਲਾਂ ਹੀ ਥੋੜ੍ਹੀ ਚੀਜ਼ ਲਿਆਓਗੇ ਤਾਂ ਉਹਦੇ 'ਚ ਹੋਰ ਛਟਾਈ ਹੋ ਜਾਏਗੀ। ਹੁਣ ਵੱਡੀ ਚੀਜ਼ ਹੈ ਤੇ ਵੱਡੀ 'ਚੋਂ ਕੀ ਛਟਾਈ ਹੋਏਗੀ ਉਹ ਸਾਨੂੰ ਬਾਅਦ 'ਚ ਪਤਾ ਲੱਗੇਗਾ। ਲੇਕਿਨ ਬਿੱਲ ਦੀ ਜਿਹੜੀ ਸਮਰੀ ਹੈ ਉਹ ਵੀ 66 ਪੇਜਾਂ ਦੀ ਸਮਰੀ ਹੈ ਤੇ ਉਹਦੇ ਕੁਛ ਜਿਹੜੇ ਮੇਨ ਇੰਪੋਰਟੈਂਟ ਜਿਹੜੇ ਉਹਦੇ ਅੰਦਰ ਜਿਹੜੀ ਮਹੱਤਵਪੂਰਨ ਚੀਜ਼ਾਂ ਨੇ, ਗੱਲਾਂ ਨੇ, ਉਹ ਮੈਂ ਸਾਂਝੀ ਕਰ ਸਕਦਾ ਅੱਜ ਦੇ ਇਸ ਮੁੱਦਾ USA ਦੇ ਪ੍ਰੋਗਰਾਮ ਦੇ ਵਿੱਚ। ਤੇ ਇਹਦੇ ਵਿੱਚ ਜਿਹੜਾ ਮੇਰਾ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਹੋਏਗਾ, ਜਿਹਨੂੰ ਪ੍ਰੋਜੈਕਟ ਕੀਤਾ ਜਾ ਰਿਹਾ, ਉਹ ਹੈਗਾ ਲਾਫੁਲ ਪ੍ਰੋਸਪੈਕਟਿਵ ਇਮੀਗ੍ਰੈਂਟ ਦਾ, LPI ਕਹਿਣਗੇ ਜਿਹਨੂੰ। ਇੱਕ ਦੂਜੀ ਟਰਮ ਵੀ ਜਿਹਦਾ ਜਿਹੜੀ ਅਸੀਂ ਯੂਜ਼ ਕਰਦੇ ਹਾਂ ਉਹਨੂੰ ਕਹਿੰਦੇ ਨੇ LPR, ਲਾਫੁਲ ਪਰਮਾਨੈਂਟ ਰੈਜ਼ੀਡੈਂਟ। ਤੇ ਇਹ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਦੀ ਥਾਂ ਤੇ ਦੂਜਾ ਵਰਡ ਹੈਗਾ ਹੁਣ ਲਾਫੁਲ ਪ੍ਰੋਸਪੈਕਟਿਵ ਇਮੀਗ੍ਰੈਂਟ, ਜਿਹੜਾ ਕਿ ਹਲੇ ਇਮੀਗ੍ਰੈਂਟ ਬਣਿਆ ਨਹੀਂ ਹੈ, ਜੋ ਬਣ ਸਕਦਾ ਹੈ ਅੱਗੇ ਜਾ ਕੇ। ਓਕੇ, ਉਹਨਾਂ ਲਈ ਇਹ ਕਾਨੂੰਨ ਹੈ। ਤੇ ਦਿਸ ਇਜ਼ ਗੁੱਡ ਫॉर 6 years ਤੇ 5 ਸਾਲ ਦੇ ਬਾਅਦ ਤੁਸੀਂ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ। ਇਹ ਜਿਹੜਾ ਲਾਫੁਲ ਪ੍ਰੋਸਪੈਕਟਿਵ ਇਮੀਗ੍ਰੈਂਟ ਹੋਏਗਾ। ਹੁਣ ਲਾਫੁਲ ਪ੍ਰੋਸਪੈਕਟਿਵ ਇਮੀਗ੍ਰੈਂਟ ਕੌਣ ਹੈਗਾ? ਹਾਂਜੀ, ਤੇ ਕੌਣ ਹੈਗਾ? ਉਹ ਹੈਗਾ ਜਿਹੜਾ ਬੰਦਾ 1 ਜਨਵਰੀ 2021 ਨੂੰ ਇਸ ਦੇਸ਼ ਦੇ ਵਿੱਚ ਸੀਗਾ, ਕੋਈ ਵੀ ਹੋਏ, ਚਾਹੇ ਉਹ ਲੀਗਲ ਸੀਗਾ, ਇਲੀਗਲ ਸੀਗਾ, ਚਾਹੇ ਉਹ ਇੱਥੋਂ ਡਿਪੋਰਟ ਵੀ ਕਰ ਦਿੱਤਾ ਗਿਆ ਸੀਗਾ, ਪਰ ਉਸ ਤਰੀਕ ਨੂੰ ਇੱਥੇ ਸੀਗਾ। ਓਕੇ, ਉਹ LPI ਲਈ ਐਲੀਜੀਬਲ ਹੈਗਾ। ਇਹਦੇ ਵਿੱਚ ਕੁਝ ਕ੍ਰਾਈਮਸ ਨੇ ਉਹ ਤੁਹਾਨੂੰ ਡਿਸਕੁਆਲੀਫਾਈ ਕਰ ਸਕਦੇ ਨੇ, ਲੇਕਿਨ ਤੁਹਾਡਾ ਸਟੇਟਸ ਹੈ, ਨਹੀਂ ਸਟੇਟਸ ਹੈ, ਉਹਦੇ ਬਿਨਾਂ ਦੇ ਉੱਤੇ ਕੌਣ ਹੋਣਗੇ ਇਹ ਕੈਟੇਗਰੀ, ਆਈ ਥਿੰਕ ਇਹਦੇ ਉੱਤੇ ਵੱਖਰਾ ਸਾਨੂੰ ਪ੍ਰੋਗਰਾਮ ਕਰਨਾ ਪਏਗਾ। ਲੇਕਿਨ ਦੈਟ ਵਿਲ ਬੀ ਦਾ ਬਿਗੇਸਟ ਹਾਈਲਾਈਟ ਆਫ ਦਿਸ ਬਿੱਲ, LPI ਜੀ। ਡਰੀਮਰਸ ਜਿਹੜੇ ਨੇ ਉਹ LPI ਨੂੰ ਸਕਿਪ ਕਰ ਸਕਦੇ ਨੇ, ਡਰੀਮਰਸ LPI ਦੇ ਅੰਦਰ ਨਹੀਂ ਆਉਣਗੇ, ਕਿਉਂਕਿ ਹਮੇਸ਼ਾ ਹੀ ਆਇਆ ਸੀ ਡਾਕਾ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਵੱਲੋਂ ਉੱਤੇ ਰਿਸਟ੍ਰਿਕਸ਼ਨ ਕੀਤੀਆਂ ਗਈਆਂ ਸੀਗੀਆਂ ਜੀ, ਤੇ ਉਹਨੂੰ ਲੈ ਕੇ ਵੀ ਜੋ ਬਾਈਡਨ ਕਹਿ ਰਹੇ ਸੀ ਰਾਸ਼ਟਰਪਤੀ ਵੀ ਅਸੀਂ ਇਹ ਖਤਮ ਕਰਾਂਗੇ। ਹਾਂਜੀ, ਤੇ ਡਾਕਾ ਤੋਂ ਵੀ ਹੁਣ ਡਾਕਾ ਨੂੰ ਵੀ ਐਕਸਪੈਂਡ ਕਰ ਦਿੱਤਾ ਗਿਆ। ਡਾਕਾ ਦੀ ਜੀ ਰਿਕੁਆਇਰਮੈਂਟ ਸੀਗੀਆਂ ਬਈ ਬੰਦਾ ਬੱਚਾ ਜਿਹੜਾ 2007 ਤੋਂ ਪਹਿਲਾਂ ਆਇਆ ਤੇ 2012 ਤੱਕ ਲਗਾਤਾਰ ਰਿਹਾ, ਉਹ ਤਾਂ ਹੈ ਹੀ ਹੈ ਡਾਕਾ ਦੀ। ਹੁਣ ਡਰੀਮਰ ਦੀ ਡੈਫੀਨੇਸ਼ਨ ਉਹਨਾਂ ਨੇ ਕਰਤੀ ਹੈ ਕਿ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਉਮਰ ਤੋਂ ਘੱਟ ਸੀਗਾ ਤੇ 1/1/2021 ਨੂੰ ਇਸ ਕੰਟਰੀ 'ਚ ਸੀਗਾ, ਦੈਟ ਇਜ਼ ਅ ਡਰੀਮਰ। 1 ਜਨਵਰੀ 2021 ਨੂੰ ਜਿਹੜਾ ਇੱਥੇ ਸੀ, 18 ਸਾਲ ਤੋਂ ਘੱਟ ਦੀ ਉਮਰ ਸੀ, ਉਹ ਡਰੀਮਰ ਹੈ। ਹਾਂ, ਤੇ ਉਹਦੇ ਉੱਤੇ LPI ਲਾਗੂ ਨਹੀਂ ਹੈ। ਉਹ ਜਿਹੜਾ ਬੱਚਾ ਹੈ ਉਹ ਸਿੱਧਾ ਡਾਇਰੈਕਟਲੀ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦਾ ਹੋਏਗਾ। ਜਿਹੜਾ ਡਾਕਾ ਦੇ ਰੈਸੀਪੀਐਂਟਸ ਹੈ ਉਹਨਾਂ ਲਈ ਹੋਰ ਆਸਾਨ ਤਰੀਕਾ ਜਿਹੜਾ ਉਹਨਾਂ ਨੇ ਕਰਤਾ ਹੈ ਕਿ ਉਹਨਾਂ ਲਈ ਸਟ੍ਰੀਮਲਾਈਨ ਗ੍ਰੀਨ ਕਾਰਡ ਪ੍ਰੋਸੈਸ ਹੋਏਗਾ।
ਸਟ੍ਰੀਮਲਾਈਨ ਗ੍ਰੀਨ ਕਾਰਡ ਦਾ ਪ੍ਰੋਸੈਸ ਦਾ ਮਤਲਬ ਹੈ ਕਿ ਉਹਨਾਂ ਦਾ ਉਹ ਡਾਇਰੈਕਟਲੀ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦੇ ਨੇ। ਜਿਹੜੇ ਡ੍ਰੀਮਰਸ ਨੇ ਉਹ LPI ਲਈ ਅਪਲਾਈ ਕਰਨਗੇ। ਅੱਛਾ, ਜਿਹੜੇ ਡ੍ਰੀਮਰਸ ਨੇ ਪਹਿਲਾਂ LPI ਲਈ ਅਪਲਾਈ ਕਰਨਗੇ ਜੀ। LPI ਜਦੋਂ ਉਹਨਾਂ ਦੇ ਕੋਲ 5 ਸਾਲ ਰਹੇਗਾ, 5 ਸਾਲ ਦੇ ਬਾਅਦ ਫਿਰ ਦੇ ਕੈਨ ਅਪਲਾਈ ਫॉर ਦ ਗ੍ਰੀਨ ਕਾਰਡ, ਤੇ ਫਿਰ ਉਹਦੇ 3 ਸਾਲ ਬਾਅਦ ਦੇ ਕੈਨ ਅਪਲਾਈ ਫॉर ਸਿਟੀਜ਼ਨਸ਼ਿਪ। ਇਟ ਇਜ਼ 8 ਈਅਰ ਪਾਥਵੇ ਟੂ ਸਿਟੀਜ਼ਨਸ਼ਿਪ। ਹਾਂ, ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ 8 ਸਾਲ ਦੇਣੇ ਆ, ਉਹ 8 ਸਾਲ ਕਿੱਦਾਂ ਵਾ, ਇੱਕ ਵਾਰ ਫਿਰ ਡਿਸਕਸ। 8 ਸਾਲ ਇਦਾਂ ਨੇ, ਪਹਿਲਾਂ 5 ਸਾਲ ਦੇ ਲਈ LPI ਹੋਗੇ ਤੁਸੀਂ, ਉਸ 5 ਸਾਲ ਦੇ ਬਾਅਦ ਤੁਸੀਂ 3 ਸਾਲ ਲਈ ਗ੍ਰੀਨ ਕਾਰਡ ਹੋਲਡਰ ਰਹੋਗੇ, ਤੇ 3 ਸਾਲ ਗ੍ਰੀਨ ਕਾਰਡ ਹੋਣ ਦੇ ਬਾਅਦ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ। ਮਤਲਬ ਜਿਹੜਾ ਬੰਦਾ ਇੱਥੇ 1 ਜਨਵਰੀ 2021 ਨੂੰ ਸੀ ਜੀ, ਸਟੇਟਸ ਨੂੰ ਛੱਡੋ ਵੀ ਚਾਹੇ ਉਹ ਇਲੀਗਲ ਸੀ ਚਾਹੇ ਲੀਗਲ ਸੀ, ਹਾਂਜੀ, ਉਹ 1 ਜਨਵਰੀ 2026 ਨੂੰ ਉਹਦੇ 5 ਸਾਲ ਪੂਰੇ ਹੁੰਦੇ ਆ ਜੀ, ਤੇ ਉਹ ਫਿਰ ਉਸ ਤਰੀਕ ਨੂੰ ਉਹ LPR ਬਣ ਸਕਦਾ LPI ਤੋਂ। ਅੱਛਾ, ਮਤਲਬ 1 ਜਨਵਰੀ 21 ਵਾਲਾ LPI ਤਾਂ ਹੈ ਹੀ ਹੈ ਜੀ, 26 ਦੇ ਵਿੱਚ ਜਾ ਕੇ ਉਹ LPR ਬਣ ਗਿਆ। ਹਾਂਜੀ, ਮਤਲਬ ਉਹ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦਾ। ਹਾਂਜੀ, ਉਹ ਗ੍ਰੀਨ ਕਾਰਡ ਹੋਲਡਰ ਹੋ ਜਾਏਗਾ, ਔਰ ਜਦੋਂ ਗ੍ਰੀਨ ਕਾਰਡ ਲਏਗਾ ਤੇ ਉਸ ਤੋਂ 3 ਸਾਲ ਬਾਅਦ ਉਹ ਸਿਟੀਜ਼ਨ ਲੈ ਸਕਦਾ। ਇਹ ਕਾਫੀ ਵੱਡਾ ਵਾ। ਤੁਹਾਨੂੰ ਲੱਗਦਾ ਕਿ ਇਹ ਹੁਣ ਦੇਖੋ ਇਹ ਕਾਫੀ ਰੋਚਕ ਚੀਜ਼ ਹੈ ਕਿ ਇੰਨਾ ਵੱਡਾ ਸਟੈਪ ਜੇ ਪ੍ਰਪੋਜ਼ ਕਰ ਰਹੇ ਆ, ਕਿੰਨੇ ਉਹਦੇ ਫੇਵਰ ਚ ਆਣਗੇ ਸੈਨੇਟਰਸ, ਕਾਂਗਰਸਮੈਨ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇੰਨੀ ਸਟਰੋਂਗ ਸਪੋਰਟ ਇਹਨੂੰ ਮਿਲੇਗੀ। ਮੈਨੂੰ ਲੱਗਦਾ ਕਿ ਰਿਪਬਲਿਕਨ ਪਾਰਟੀ ਦਾ ਟੋਟਲੀ ਇਸ ਦੇ ਖਿਲਾਫ ਹੋਏਗੀ। ਲੇਕਿਨ ਬਿੱਲ ਨੂੰ ਪਾਸ ਕਰਨ ਲਈ ਹੁਣ ਇਹਨਾਂ ਦੇ ਕੋਲ ਸੈਨੇਟ ਦੇ ਵਿੱਚ 60 ਦੀ ਲੋੜ ਨਹੀਂ ਹੈ, ਇਹਨਾਂ ਕਹਿੰਦੇ ਨੇ 50 ਦੇ ਨਾਲ ਅਸੀਂ ਪਾਸ ਕਰ ਸਕਦੇ ਹਾਂ। ਤੇ ਲੈਟਸ ਸੀ ਕਿ ਡੈਮੋਕ੍ਰੈਟਸ ਵੀ ਇਹਦੇ ਵਿੱਚ ਜਿਹੜਾ ਪ੍ਰੋਗਰੈਸਿਵ ਬਲਾਕ ਹੈਗਾ ਡੈਮੋਕ੍ਰੈਟਸ ਦਾ, ਜਿਹੜਾ ਕਿ ਐਲਿਜ਼ਾਬeth ਵਾਰਨ ਹੈ ਤੇ ਸਾਡੇ ਜਿਹੜੇ ਬਰਨੀ ਸੈਂਡਰਸ ਹੈ, ਐਂਡ ਉਹ ਜਿਹੜੀ ਲੇਡੀ ਨੇ ਨਿਊਯਾਰਕ ਤੋਂ ਕਾਂਗਰਸਮੈਨ ਕਾਜ਼ੀ ਕੋਰਟੇਜ਼, ਦੇ ਆਰ ਆਲ ਵੈਰੀ ਐਕਸਾਈਟਡ ਅਬਾਊਟ ਦਿਸ। ਬਟ ਬਾਕੀ ਜਿਹੜਾ ਮੋਡਰੇਟ ਡੈਮੋਕ੍ਰੈਟ ਹੈ ਉਹ ਕਿੰਨਾ ਐਕਸਾਈਟਡ, ਉਹ ਸਾਨੂੰ ਦੇਖਣਾ। ਕਾਰਨ ਇਹ ਹੈ ਨਾ ਕਿ ਜੀ 1 ਜਨਵਰੀ ਨੂੰ ਤਾਂ ਮਿਲੀਅਨਸ ਲੋਕ ਹੋਣਗੇ। ਜੀ ਜੀ, ਉਹਦੀ ਤੇ ਗਿਣਤੀ ਹਲੇ ਨਹੀਂ ਹੈ। ਤੇ ਹਲੇ ਇਹ ਵੀ ਚੀਜ਼ਾਂ ਨੇ ਕਿ ਕੌਣ ਇਹ ਡਿਮਾਰਕੇਸ਼ਨ ਜਿਹੜੀ ਹੈ ਹੋਣੀ ਹੈ ਕਿ ਕੌਣ ਐਲੀਜੀਬਲ ਹੋਏਗਾ। ਹਾਂਜੀ, ਤੇ ਉਹਦੇ ਵਿੱਚ ਇੱਕ ਚੀਜ਼ ਇਹ ਵੀ ਆ ਰਹੀ ਕਿ ਜੇ ਤੁਹਾਡੇ ਕੋਲ ਸਟੇਟਸ ਹੈਗਾ ਉਸ ਤਰੀਕ ਨੂੰ ਕੋਈ ਵੀ, ਤੇ ਤੁਸੀਂ ਐਲੀਜੀਬਲ ਨਹੀਂ ਹੋ, ਤੇ ਦੈਟ ਇਜ਼ ਅਗੇਨ ਅ ਵੈਰੀ ਬੈਡ ਪੁਆਇੰਟ, ਕਿਉਂਕਿ ਉਹਦੇ ਨਾਲ ਇਹ ਹੁੰਦਾ ਹੈ ਕਿ ਤੁਸੀਂ ਜਿਹੜਾ ਲੀਗਲ ਤਰੀਕੇ ਨਾਲ ਇੱਥੇ ਆ ਰਿਹਾ ਉਹਨੂੰ ਤਾਂ ਤੁਸੀਂ ਡਿਸਕ੍ਰੈਡਿਟ ਕਰ ਰਹੇ ਹੋ, ਉਹਨੂੰ ਯੂ ਆਰ ਨਾਟ ਰਿਵਾਰਡਿੰਗ ਦਾ ਲੀਗਲ ਬਿਹੇਵੀਅਰ, ਪਰ ਜਿਹੜਾ ਇਲੀਗਲੀ ਇੱਥੇ ਬੈਠਾ ਹੈ ਉਸ ਤਰੀਕ ਨੂੰ ਉਹ ਤੁਸੀਂ ਰਿਵਾਰਡ ਕਰ ਰਹੇ ਹੋ ਉਸ ਬਿਹੇਵੀਅਰ ਨੂੰ। ਤੇ ਇਹ ਵੀ ਹੈ ਵਿੱਚ ਜਿਹਦੇ ਕੋਲ ਸਟੇਟਸ ਹੈਗਾ ਕੋਈ, ਚਾਹੇ ਵਰਕ ਵੀਜ਼ਾ ਤੇ ਆਇਆ, ਚਾਹੇ ਕਿਸੇ ਤਰੀਕੇ ਤੇ ਆਇਆ, ਚਾਹੇ ਉਹਨੇ ਪੋਲੀਟੀਕਲ ਅਸਾਈਲਮ ਅਪਲਾਈ ਕਰਕੇ ਵਰਕ ਆਥੋਰਾਈਜੇਸ਼ਨ ਲਿੱਤੀ ਹੈ, ਤਾਂ ਵੀ ਉਹ ਉਹਦੇ 'ਚ ਉਹ ਡਿਫਾਈਨ ਨਹੀਂ ਕੀਤਾ ਹਲੇ। ਉਹਨਾਂ ਨੇ ਸਿਰਫ ਇੰਨਾ ਕੀਤਾ ਦੋਜ਼ ਹੂ ਹੈਡ ਸਰਟਨ ਸਟੇਟਸਿਸ ਉਹ ਸਰਟਨ ਸਟੇਟਸਿਸ ਕਿਹੜੇ ਆ ਹਲੇ ਉਹ ਹਲੇ ਡਾਈਵਲਜ ਨਹੀਂ ਹੋਇਆ, ਉਹਦੇ ਉੱਤੇ ਡਿਸਕ੍ਰਿਪਸ਼ਨ ਹੋਣੀ, ਕਿਉਂਕਿ ਇਹ ਬਿੱਲ ਜਿਹੜਾ ਰੀਸੈਂਟਲੀ ਕੀ ਕਹਿੰਦੇ ਨੇ ਪੇਸ਼ ਹੋਇਆ, ਤੇ ਇਹਦੇ ਵਿੱਚ ਕਾਫੀ ਸਾਰਾ ਬਹੁਤ ਵੱਡਾ ਹਲੇ ਗੱਲਾਂ ਆਣਗੀਆਂ। ਹਾਂਜੀ, ਜਿਹੜੀ ਸਮਰੀ 66 ਪੇਜ ਦੀ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰਾ ਬਿੱਲ ਕਿੰਨਾ ਵੱਡਾ ਹੈ। ਹੋਰ ਕੀ ਹੈਗਾ ਵਿਵੇਕ ਜੀ ਇਸ ਦੇ ਵਿੱਚ? ਇਹਦੇ ਵਿੱਚ ਫੈਮਿਲੀ ਬੇਸਡ ਵੀਜ਼ਾ ਜਿਹੜੇ ਉਹਨਾਂ ਦੇ ਵਿੱਚ ਕਾਫੀ ਰਿਆਇਤ ਦੇਣ ਦੀ ਗੱਲ ਹੋਈ ਹੈ। ਜਿੱਦਾਂ ਪਹਿਲਾਂ ਇੱਕ ਵੀਜ਼ਾ ਹੁੰਦਾ ਸੀਗਾ, ਉਹ ਬੰਦ ਹੋ ਗਿਆ ਸੀਗਾ ਤੇ ਉਹਨੂੰ ਰੀਇੰਟਰੋਡਿਊਸ ਕੀਤਾ ਜਾ ਰਿਹਾ। ਵੀਜ਼ਾ ਸੀਗਾ ਜਿੱਦਾਂ ਕੋਈ ਆਪਣੇ ਫੈਮਿਲੀ ਮੈਂਬਰਸ ਲਈ ਅਪਲਾਈ ਕਰਦਾ ਹੈ ਅੱਜ ਕੱਲ੍ਹ, ਜਿੱਦਾਂ ਭੈਣ ਭਰਾ ਲਈ ਕਰਦਾ ਹੈ, ਜਾਂ ਕੋਈ ਪਰਮਨੈਂਟ ਰੈਜ਼ੀਡੈਂਟ ਹੈ, ਜੇ ਉਹਨਾਂ ਦਾ ਸਟੇਟਸ ਕਰੰਟ ਨਹੀਂ ਹੁੰਦਾ ਤਾਂ ਆਪਣੀ ਵੋਟੀ ਲਈ ਜਾਂ ਹਸਬੈਂਡ ਲਈ ਕਰਦੇ ਨੇ, ਜਾਂ ਬੱਚਿਆਂ ਲਈ ਕਰਦੇ ਨੇ, ਤੇ ਉਹਨਾਂ ਨੂੰ ਬਾਹਰ ਰਹਿ ਕੇ ਵੇਟ ਕਰਨੀ ਪੈਂਦੀ ਸੀਗੀ। ਅੱਜ ਦੇ ਦਿਨ ਜਿੱਦਾਂ ਇੰਡੀਆ ਤੋਂ ਕੋਈ ਆ ਰਿਹਾ ਹੈ ਭੈਣ ਭਰਾ ਤਾਂ ਉਹਨੂੰ 14-15 ਸਾਲਾਂ ਦੀ ਵੇਟ ਸੀਗੀ। ਕੋਈ ਇਹਨੇ 2005 ਚ ਫਾਈਲ ਕੀਤਾ ਸੀਗਾ ਤੇ ਅੱਜ ਉਹਨਾਂ ਦਾ ਨੰਬਰ ਆ ਰਿਹਾ, ਤੇ ਉਹ ਜਿਹੜੀ ਵੇਟ ਹੈ ਉਹ ਵੇਟ ਤੁਸੀਂ ਵੀਜ਼ਾ ਲੈ ਕੇ ਉੱਥੋਂ ਆਉਂਦੇ ਹੋ ਤੇ ਇੱਥੇ ਤੁਹਾਡੀ ਵੇਟ ਪੂਰੀ ਕਰ ਸਕਦੇ ਹੋ, ਤੁਹਾਨੂੰ ਉੱਥੇ ਰਹਿਣ ਦੀ ਲੋੜ ਨਹੀਂ ਹੈ। ਮਤਲਬ ਜੇ ਤੁਸੀਂ ਅਪਲਾਈ ਕਰਤਾ, ਪਟੀਸ਼ਨ ਪਾਤੀ ਤੇ ਉੱਥੇ ਜਾ ਕੇ ਉਹ ਵੀਜ਼ਾ ਲਈ ਅਪਲਾਈ ਕਰ ਸਕਦੇ। ਜਦੋਂ ਤੁਹਾਡੀ I-130 ਤੁਸੀਂ ਪਟੀਸ਼ਨ ਪਾਈ ਆ ਮਤਲਬ ਆਪਣੇ ਭੈਣ ਜਾਂ ਭਰਾ ਦੀ, ਤੇ ਉਹ ਪਟੀਸ਼ਨ ਤੁਹਾਡੀ I-130 ਅਪਰੂਵ ਹੋ ਗਈ। ਅਪਰੂਵ ਹੋਣ ਦੇ ਬਾਅਦ ਜਿਹੜੀ ਕਾਉਂਸਲਰ ਪ੍ਰੋਸੈਸਿੰਗ ਤੱਕ ਦੀ ਵੇਟ ਸੀਗੀ, ਹੁਣ ਤੁਹਾਨੂੰ ਕਾਉਂਸਲਰ ਪ੍ਰੋਸੈਸਿੰਗ ਦੀ ਵੇਟ ਨਹੀਂ ਕਰਨੀ, ਤੁਸੀਂ ਉੱਥੇ ਕਾਉਂਸਲੇਟ ਜਾਓ, ਵੀਜ਼ਾ ਲਗਵਾਓ ਤੇ ਤੁਸੀਂ ਆ ਕੇ ਅਮਰੀਕਾ ਆਪਣਾ ਜਿਹੜਾ ਟਾਈਮ ਆ ਉਹ ਪੂਰਾ ਕਰੋ। ਜਦੋਂ ਤੱਕ ਤੁਹਾਨੂੰ ਗ੍ਰੀਨ ਕਾਰਡ ਨਹੀਂ ਮਿਲਦਾ ਤੇ ਤੁਹਾਨੂੰ ਵਰਕ ਕਾਰਡ ਮਿਲ ਜਾਏ, ਤੁਸੀਂ ਉਹਦੇ 'ਤੇ ਕੰਮ ਕਰ ਸਕਦੇ ਹੋ। ਇਹ ਵੀਜ਼ਾ ਦਾ ਪ੍ਰੋਵੀਜ਼ਨ ਸੀਗਾ ਤੇ ਹੁਣ ਇਹਨੂੰ ਰੀਇੰਟਰੋਡਿਊਸ ਕਰਨ ਦੀ ਗੱਲ ਹੋ ਰਹੀ ਹੈ। ਲੇਕਿਨ ਇਹਦੇ ਵਿੱਚ ਇਹ ਵੀ ਸੀਗਾ ਜੀ, ਉਹ ਜਿਹੜਾ ਵੇਟ ਟਾਈਮ ਹੈਗਾ, ਜਿੱਦਾਂ ਸਿਬਲਿੰਗ ਨੂੰ ਕੋਈ ਕਾਲ ਕਰਦਾ ਵਾ, ਸਿਬਲਿੰਗ ਨੂੰ ਮਿਲਾਣਾ, ਉਹ ਵੇਟ ਟਾਈਮ ਬਹੁਤ ਲੰਬਾ ਸੀਗਾ। ਕਿ ਉਹ ਵੀ ਰਿਡਿਊਸ ਹੋਏਗਾ ਇਹਦੇ ਨਾਲ, ਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਉਹਦੇ ਵਿੱਚ ਜਿਹੜੇ ਨੰਬਰਸ ਨੇ ਉਹਨਾਂ ਦੇ ਉੱਤੇ ਵੀ ਚੇਂਜ ਹੋ ਰਿਹਾ ਹੈ ਕਿ ਜਿਹੜੇ ਕੁਝ ਨੰਬਰਸ ਸੀਗੇ ਉਹ ਵਧਾਉਣ ਦੀ ਕੋਸ਼ਿਸ਼ ਹੋ ਰਹੀ ਹੈ। 7% ਇਹਨਾਂ ਦਾ ਕੋਟਾ ਸੀਗਾ ਪਹਿਲਾਂ, ਉਹ 7% ਤੋਂ ਵਧਾ ਕੇ 20% ਕਰਨ ਦੀ ਗੱਲ ਹੈ। ਜਿਹੜਾ ਪਰ ਕੰਟਰੀ ਕੋਟਾ ਕੈਪ ਕਹਿ ਰਹੇ ਸੀਗੇ, ਉਹ ਖਤਮ ਕਰਨ ਦੀ ਗੱਲ ਕਹਿ ਰਹੇ ਸੀ, ਉਹ ਵਧਾਇਆ ਜਾ ਰਿਹਾ। ਹਾਂ, ਉਹ
7% ਤੋਂ ਹੁਣ 3 ਗੁਣਾ ਵਧਾ ਕੇ ਲਗਭਗ 20% ਉਹਦੇ ਨਾਲ ਬੈਕਲੌਗ ਕਾਫੀ ਬੈਕਲੌਗ ਵੀ ਕਾਫੀ ਕੰਮ ਘਟ ਜਾਏਗਾ ਜਿਹੜਾ ਪੁਰਾਣਾ ਚੱਲ ਰਿਹਾ। ਹੋਰ ਇਹਦੇ ਵਿੱਚ ਕੋਈ ਖਾਸ ਕਿਹੜੀ ਚੀਜ਼ਾਂ ਹੈਗੀਆਂ? ਹੋਰ ਜਿੱਦਾਂ ਐਗਰੀਕਲਚਰਲ ਵਰਕਰ ਸੀਗੇ ਉਹ ਜਿਹੜੇ ਨੇ ਲਗਭਗ ਜਿਨ੍ਹਾਂ ਨੇ 2300 ਘੰਟੇ ਦਿਖਾ ਸਕਦੇ ਨੇ ਉਹਨਾਂ ਨੇ ਪੂਰੇ ਕੀਤੇ ਨੇ, ਉਹ ਵੀ LPI ਦੇ ਉਸ ਤੋਂ ਬਾਹਰ ਹੋ ਜਾਣਗੇ, ਡਾਇਰੈਕਟਲੀ ਫਿਰ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਆ। ਉਹਨਾਂ ਲਈ ਅਸੀਂ ਇੱਕ ਛੋਟਾ ਜਿਹਾ ਪੁਆਇੰਟ ਮੈਂ ਪਿਛਲੇ ਡਿਸਕਸ਼ਨ ਛੱਡਤਾ ਸੀਗਾ, ਕ੍ਰਿਮੀਗ੍ਰੇਸ਼ਨ ਜਿਹੜਾ ਕ੍ਰਿਮੀਨਲ ਇਮੀਗ੍ਰੇਸ਼ਨ, ਬੇਸਿਕਲੀ ਜਿਹੜੇ ਕ੍ਰਿਮੀਨਲਸ ਨੇ ਜਿਹਨਾਂ ਦੇ ਉੱਤੇ ਕ੍ਰਿਮੀਨਲ ਚਾਰਜ ਲੱਗੇ ਉਹਦੇ ਅੰਦਰ ਬਹੁਤ ਚੇਂਜ ਵੱਡਾ ਦੇਖਣ ਨੂੰ ਮਿਲੇਗਾ ਸਾਨੂੰ। ਕਨਵਿਕਸ਼ਨ ਦੀ ਡੈਫੀਨੇਸ਼ਨ ਨੂੰ ਚੇਂਜ ਕੀਤਾ ਜਾ ਰਿਹਾ। ਕਨਵਿਕਸ਼ਨ ਹੁੰਦਾ ਹੈ ਕਿ ਤੁਹਾਡੇ ਉੱਤੇ ਕੋਈ ਚਾਰਜ ਲੱਗਿਆ, ਉਹ ਪ੍ਰੂਵ ਹੋ ਗਿਆ, ਜਾਂ ਤੁਸੀਂ ਉਹ ਗਿਲਟੀ ਉਹਦੀ ਮੰਨ ਲਈ ਹੈ ਕੋਰਟ ਦੇ ਅੰਦਰ, ਤੁਸੀਂ ਚਾਰਜ ਐਜ਼ ਗਿਲਟੀ ਐਜ਼ ਚਾਰਜ, ਤੇ ਉਹਦੇ ਅੰਦਰ ਉਹਦੀ ਕਨਵਿਕਸ਼ਨ ਦੀ ਡੈਫੀਨੇਸ਼ਨ ਨੂੰ ਬਦਲ ਦਿੱਤਾ ਗਿਆ। ਇਸ ਬਿੱਲ ਦੇ ਰਾਹੀਂ ਬਦਲਣਗੇ। ਇਹ ਕਿਹਾ ਹੈ ਕਿ ਜੇ ਡਿਸਮਿਸਡ, ਵਿਕੇਟਡ, ਡੈਫਰਡ ਐਂਡ ਐਕਸਪੰਜਡ ਕਨਵਿਕਸ਼ਨਸ will no longer be convictions for immigration purposes। ਜੇ ਤੁਹਾਡਾ ਕੋਈ ਚਾਰਜ ਹੈ ਉਹ ਡਿਸਮਿਸ ਹੋ ਗਿਆ ਜਾਂ ਵੇਕੇਟ ਕਰ ਦਿੱਤਾ ਗਿਆ ਜਾਂ ਡੈਫਰ ਕਰ ਦਿੱਤਾ ਗਿਆ ਅੱਗੇ ਲਈ, SIS ਜਾਂ SCS ਦੀ ਤੁਹਾਨੂੰ ਉਹ ਦਿੱਤੀ ਗਈ ਸਜ਼ਾ ਦਿੱਤੀ ਗਈ ਹੈ, ਜਾਂ ਐਕਸਪੰਜ ਕਰ ਦਿੱਤਾ ਗਿਆ। ਫਿਲਹਾਲ ਇੱਦਾਂ ਹੈ ਕਿ ਜੇ ਤੁਹਾਡਾ ਕੋਈ ਕ੍ਰਾਈਮ ਛੋਟਾ ਮੋਟਾ ਵੀ ਹੈ ਤੁਸੀਂ ਉਹਨੂੰ ਐਕਸਪੰਜ ਕਰਾ ਲੈਂਦੇ ਹੋ ਕੁਛ ਟਾਈਮ ਬਾਅਦ, ਮਤਲਬ ਉਹ ਤੁਹਾਡੇ ਕਿਸੇ ਰਿਕਾਰਡ 'ਚ ਨਹੀਂ ਆਏਗਾ, ਲੇਕਿਨ ਇਮੀਗ੍ਰੇਸ਼ਨ ਲਈ ਫਿਰ ਵੀ ਉਹ ਰਿਕਾਰਡ 'ਚ ਆਉਂਦਾ ਸੀਗਾ ਤੇ ਹੁਣ ਨਹੀਂ ਆਏਗਾ। ਤੇ ਇਹ ਕਨਵਿਕਸ਼ਨ ਦੀ ਡੈਫੀਨੇਸ਼ਨ ਬਿਲਕੁਲ ਚੇਂਜ ਸਾਨੂੰ ਦੇਖਣ ਨੂੰ ਮਿਲੇਗੀ। ਇਹਦੇ ਇਲਾਵਾ ਇੱਕ ਪ੍ਰੋਗਰਾਮ 1990 ਦੇ ਅੰਦਰ ਹੁੰਦਾ ਸੀਗਾ JRAD, ਜੁਡੀਸ਼ੀਅਲ ਰੈਕਮੈਂਡੇਸ਼ਨ ਅਗੇਂਸਟ ਰਿਮੂਵਲ, ਉਹ ਖੋਲ੍ਹਿਆ ਗਿਆ ਸੀਗਾ ਉਸ ਟਾਈਮ, ਤੇ ਹੁਣ ਉਹਨੂੰ ਦੁਬਾਰਾ ਰੀਇੰਟਰੋਡਿਊਸ ਕਰ ਰਹੇ ਹਾਂ ਕਿ ਜਿਹੜਾ ਕੋਰਟ ਰੈਕਮੈਂਡ ਕਰ ਸਕਦਾ ਹੈ ਕਿ ਕਿਸੇ ਕੇਸ ਦੇ ਅੰਦਰ ਕਿ ਇਹਨਾਂ ਨੂੰ ਰਿਮੂਵ ਨਾ ਕੀਤਾ ਜਾਏ ਤੇ ਉਹਨਾਂ ਦੇ ਉੱਤੇ ਰਿਮੂਵਲ ਦੇ ਚਾਰजेस ਨਹੀਂ ਲੱਗਣਗੇ। ਜਿੱਦਾਂ ਕੋਈ ਛੋਟਾ ਮੋਟਾ ਕ੍ਰਾਈਮ ਹੋ ਗਿਆ ਤੇ ਜੇ ਕੋਰਟ ਉਹਦੇ 'ਚ ਕਹਿੰਦਾ ਰਿਕਮੈਂਡੇਸ਼ਨ ਦੇ ਦਿੰਦਾ ਹੈ ਕਿ ਇਹਦੇ ਵਿੱਚ ਰਿਮੂਵਲ ਪ੍ਰੋਸੀਡਿੰਗ ਨਾ ਸ਼ੁਰੂ ਕੀਤੀ ਜਾਏ ਤਾਂ ਫਿਰ ਉਹ ਕੇਸ ਇਮੀਗ੍ਰੇਸ਼ਨ ਕੋਰਟ ਦੇ ਅੰਦਰ ਨਹੀਂ ਜਾਏਗਾ। ਤੇ ਕ੍ਰਿਮੀਨਲ ਕੰਡਕਟ ਦੇ ਵੇਵਰਸ ਵੀ ਜਿਹੜੇ ਨੇ ਉਹ ਵੀ ਇੰਟਰੋਡਿਊਸ ਕੀਤੇ ਜਾ ਰਹੇ ਨੇ ਬਹੁਤ ਸਾਰੇ। ਇੱਕ ਐਕਸਪੈਂਡਿਡ ਐਲੀਜੀਬਿਲਿਟੀ ਜਿਹੜੀ ਸੀਗੀ 5 ਸਾਲ ਦੀ ਨੈਚੁਰਲਾਈਜੇਸ਼ਨ ਦੀ ਐਕਸਪੈਂਡਿਡ ਐਲੀਜੀਬਿਲਿਟੀ ਹੈ ਕਿ ਹੁਣ ਤੁਸੀਂ ਜੇ ਗ੍ਰੀਨ ਕਾਰਡ 5 ਸਾਲ ਦਾ ਹੈ ਤੁਹਾਡੇ ਕੋਲ ਤੇ ਉਹਦੇ ਬਾਅਦ ਤੁਸੀਂ ਸਿਟੀਜ਼ਨ ਬਣ ਸਕਦੇ ਹੋ, ਉਹਨੂੰ ਘਟਾ ਕੇ 3 ਸਾਲ ਦੀ ਕਰਨ ਦੀ ਗੱਲ ਹੋ ਰਹੀ ਹੈ। ਸਪਾਊਸ ਵਾਸਤੇ ਤਾਂ 3 ਸਾਲ ਹੀ ਸੀ ਪਹਿਲਾਂ ਵੀ, ਸਪਾਊਸ ਵਾਸਤੇ 3 ਸਾਲ ਸੀ, ਪਰ ਰੈਗੂਲਰ ਜਿਹੜਾ ਸੀ ਪੇਰੈਂਟਸ ਵਾਸਤੇ ਵੀ 5 ਸਾਲ ਸੀ, ਉਹਦਾ ਵੀ 5 ਸਾਲ ਸੀ। ਇੰਪਲੋਇਮੈਂਟ ਦੇ ਬੇਸਿਸ ਤੇ ਜੇ ਆਉਂਦੇ ਹੋ ਤਾਂ ਵੀ 5 ਸਾਲ ਸੀਗਾ, ਉਹਨੂੰ ਘਟਾ ਕੇ ਹੁਣ 3 ਸਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਨੀਅਰ ਸਿਟੀਜ਼ਨਸ ਲਈ ਇੰਗਲਿਸ਼ ਦੀ ਰਿਕੁਆਇਰਮੈਂਟ ਵੇਵ ਹੋ ਰਹੀ ਹੈ। ਹਾਂਜੀ, ਤੇ ਜਿਨ੍ਹਾਂ ਬੱਚਿਆਂ ਨੇ US ਤੋਂ ਹਾਈ ਸਕੂਲ ਕੀਤਾ ਹੈ ਉਹਨਾਂ ਨੂੰ ਸਿਵਿਕਸ ਦਾ ਟੈਸਟ ਦੇਣ ਦੀ ਲੋੜ ਨਹੀਂ ਹੋਏਗੀ ਨੈਚੁਰਲਾਈਜ਼ ਕਰਨ ਲਈ। ਓਕੇ, ਜਿਨ੍ਹਾਂ ਨੇ ਇੱਥੇ ਸਟੱਡੀ, ਕਿਉਂਕਿ ਉਹਨਾਂ ਦੀ ਇੰਗਲਿਸ਼ ਦਾ ਹਿਸਾਬ ਨਾਲ ਉਹਨਾਂ ਨੂੰ ਹਿਸਟਰੀ ਐਂਡ ਸਿਵਿਕਸ ਨਹੀਂ ਹੋਏਗਾ, ਉਹ ਨਹੀਂ ਹੋਏਗਾ। ਹਾਂ, ਜਿਨ੍ਹਾਂ ਨੇ 10ਵੀਂ ਇੱਥੋਂ ਕੀਤੀ ਹੈ। ਓਕੇ ਜੀ। ਬੈਕਲੌਗਸ ਜਿਹੜੇ ਨੇ ਚੱਲ ਰਹੇ ਫੈਮਿਲੀ ਦੇ, ਉਹਦੇ ਅੰਦਰ 92 ਤੋਂ ਲੈ ਕੇ 2020 ਤੱਕ ਜਿੰਨੇ ਵੀਜ਼ਾ ਨੰਬਰਸ ਅਵੇਲ ਨਹੀਂ ਕੀਤੇ, ਯੂਟਿਲਾਈਜ਼ ਨਹੀਂ ਹੋਏ 28 ਸਾਲਾਂ ਦੇ, ਉਹਨਾਂ ਸਾਰਿਆਂ ਨੂੰ ਵੀਜ਼ਾ ਨੰਬਰ ਨੂੰ ਯੂਟਿਲਾਈਜ਼ ਕਰਨ ਦੀ ਗੱਲ ਹੋ ਰਹੀ ਹੈ ਇਸ ਬਿੱਲ ਦੇ ਰਾਹੀਂ, ਤਾਂ ਕਿ ਜਿੰਨਾ ਬੈਕਲੌਗ ਉਹਨੂੰ ਕਲੀਅਰ ਕੀਤਾ ਜਾ ਸਕੇ। ਕਿਉਂਕਿ ਬੈਕਲੌਗ ਬਹੁਤ ਲੰਬਾ ਜ਼ਿਆਦਾ ਹੈ, ਕਿਉਂ 15 16 ਸਾਲ ਦੀ ਵੇਟ ਹੈਗੀ ਹੈ, ਉਹ ਘੱਟ ਕੇ ਹੁਣ 6 ਜੇ ਇਹ ਨੰਬਰ ਅਸੀਂ ਰੀਕੈਪਚਰ ਕਰ ਸਕਦੇ ਹਾਂ ਤੇ ਉਹ ਰੀਕੈਪਚਰ ਕਰਨ ਦੇ ਬਾਅਦ ਉਹ ਸ਼ਾਇਦ ਜਿਹੜੀ ਵੇਟ ਹੈ ਉਹ ਘੱਟ ਕੇ 2-3 ਸਾਲ 'ਚ ਰਹਿ ਜਾਏਗੀ। ਉਹਦੇ ਇਲਾਵਾ ਜਿਹੜੀ ਟਰਮੀਨੋਲੋਜੀ ਹੈ, ਜਿੱਦਾਂ ਪਹਿਲਾਂ ਇਲੀਗਲ ਏਲੀਅਨ, ਲੀਗਲ ਏਲੀਅਨ ਦੀ ਟਰਮੀਨੋਲੋਜੀ ਯੂਜ਼ ਹੁੰਦੀ ਸੀ, ਉਹਨੂੰ ਖਤਮ ਕਰਕੇ, ਏਲੀਅਨ ਵਰਡ ਖਤਮ ਕਰਕੇ ਹੁਣ ਉਹਨੂੰ ਨੌਨ ਸਿਟੀਜ਼ਨ ਦਾ ਟਰਮੀਨੋਲੋਜੀ ਦਿੱਤੀ ਜਾਏਗੀ। ਸੋ ਪਹਿਲਾਂ ਇੱਦਾਂ ਮੰਨਿਆ ਜਾਂਦਾ ਸੀ ਵੀ ਜਿੱਦਾਂ ਅਮਰੀਕਾ ਦਾ ਇੱਕ ਵੱਖਰਾ ਪਲੈਨਟ ਹੈਗਾ ਤੇ ਇੱਥੇ ਜਿਹੜਾ ਵੀ ਆਉਂਦਾ ਉਹ ਏਲੀਅਨ ਹੈਗਾ, ਪ੍ਰਵਾਸੀ ਨਹੀਂ ਹੈ, ਉਹ ਬਾਹਰ ਦੇ ਕਿਸੇ ਪਲੈਨਟ ਦਾ ਬੰਦਾ ਹੈ, ਏਲੀਅਨ ਹੈ, ਏਲੀਅਨ ਕਹਿੰਦੇ ਸੀ। ਹਾਂ, ਤਾਂ ਹੁਣ ਏਲੀਅਨ ਦਾ ਵਰਡ ਹਟਾ ਕੇ ਇਹਨਾਂ ਨੇ ਨੌਨ ਸਿਟੀਜ਼ਨ ਉਹਨੂੰ ਇਸ ਬਿੱਲ ਦੇ ਰਾਹੀਂ ਚੇਂਜ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਔਰਫਨਸ ਨੇ, ਸਰਵਾਈਵਿੰਗ ਸਪਾਊਸ ਨੇ, ਜਿਨ੍ਹਾਂ ਦੇ ਹਸਬੈਂਡ ਜਾਂ ਵਾਈਫ ਫੌਤ ਹੋ ਗਏ ਨੇ, ਉਹਨਾਂ ਲਈ ਐਕਸਟਰਾ ਪ੍ਰੋਟੈਕਸ਼ਨ ਇਸ ਬਿੱਲ ਦੇ ਰਾਹੀਂ ਦਿੱਤੀ ਜਾ ਰਹੀ ਹੈ। ਜਿਨ੍ਹਾਂ ਦੇ ਐਪਲੀਕੇਸ਼ਨ ਟਾਈਮ ਫਾਈਲ ਹੋਣ ਤੋਂ ਪਹਿਲਾਂ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਦੇ ਕੀ ਕਹਿੰਦੇ ਨੇ ਸਪਾਂਸਰਸ ਜਿਹੜੇ ਨੇ ਉਹ ਫੌਤ ਹੋ ਗਏ, ਜਿਨ੍ਹਾਂ ਦਾ ਮੰਨ ਲਓ I-130 ਅਪਰੂਵ ਹੋ ਗਿਆ, ਲੇਕਿਨ ਜਦੋਂ ਟਾਈਮ ਆਇਆ ਇੰਟਰਵਿਊ ਦਾ ਉਸ ਟਾਈਮ ਉਹਨਾਂ ਦਾ ਪਟੀਸ਼ਨਰ ਨਹੀਂ ਰਿਹਾ, ਉਹਦੀ ਡੈਥ ਹੋ ਗਈ। ਹਾਂ, ਤੇ ਉਹਨਾਂ ਲਈ ਐਕਸਟਰਾ ਪ੍ਰੋਟੈਕਸ਼ਨ ਇਸ ਬਿੱਲ ਦੇ ਰਾਹੀਂ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਮੀਗ੍ਰੇਸ਼ਨ ਬੈਨੀਫਿਟ ਮਿਲ ਸਕੇ।
ਕਾਫੀ ਚੇਂजेस ਨੇ, ਤਾਂ ਕਾਫੀ ਚੇਂजेस ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਮੀਗ੍ਰੇਸ਼ਨ ਪਾਲਿਸੀ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤੇ ਪੂਰੀ ਇਮੀਗ੍ਰੇਸ਼ਨ ਪਾਲਿਸੀ ਹੀ ਇਹ ਮੈਂ ਇਸੇ ਕਰਕੇ ਕਿਹਾ ਕਿ ਇਹ ਜਿਹੜਾ ਹੈ ਕਿ ਇੰਨਾ ਵੱਡਾ ਇਹਨਾਂ ਨੇ ਸੁੱਟ ਦਿੱਤਾ ਹੈ ਕਿ ਹੁਣ ਇਹਦੇ ਵਿੱਚੋਂ ਕੱਢੋ ਕਿਹੜੀ ਚੀਜ਼ ਤੁਸੀਂ ਕੱਢਣੀ ਹੈ ਬਾਹਰ, ਤਾਂ ਕਿ ਜਿਹੜਾ ਫਾਈਨਲ ਬਿੱਲ ਆਏ ਉਹਦੇ 'ਚ ਕੁਛ ਤਾਂ ਰਹੇਗਾ। ਕਿਉਂਕਿ ਪਹਿਲਾਂ ਹੁੰਦਾ ਸੀਗਾ ਕਿ ਛੋਟੇ ਬਿੱਲ ਆਉਂਦੇ ਸੀਗੇ, ਉਹਦੇ ਵਿੱਚ ਉਹਦੀ ਵਾਲਾਂ ਦੀ ਲੀਕ ਕੱਢ ਕੇ ਉਹਦੇ ਵਿੱਚ ਬਿੱਲ ਦੇ ਵਿੱਚ ਕੋਈ ਬਚਦਾ ਹੀ ਨਹੀਂ ਸੀਗਾ। ਐਤਕੀ ਇਸ ਐਡਮਿਨਿਸਟ੍ਰੇਸ਼ਨ ਨੇ ਇਹ ਚੰਗੀ ਗੱਲ ਕੀਤੀ ਹੈ ਕਿ ਇੰਨਾ ਵੱਡਾ ਬਿੱਲ ਆਇਆ ਕਿ ਲੋਕ ਉਹਦੇ ਵਿੱਚੋਂ ਕੱਢਣਗੇ, ਫਿਰ ਵੀ ਬਹੁਤ ਕੁਝ ਬਚ ਜਾਏਗਾ। ਜਿੱਦਾਂ ਇੱਕ ਹੋਰ ਜਿਹੜਾ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਕੋਈ ਬੰਦਾ ਇੱਥੇ ਕੰਟਰੀ ਦੇ ਵਿੱਚ ਟੂਰਿਸਟ ਵੀਜ਼ਾ ਤੇ ਆਉਂਦਾ ਸੀਗਾ, ਜੇ ਉਹ 180 ਦਿਨਾਂ ਤੋਂ ਜ਼ਿਆਦਾ ਦਿਨ ਬਾਈ ਚਾਂਸ ਰਹਿ ਜਾਂਦਾ ਕਿਸੇ ਕਰਕੇ, ਤਾਂ ਉਹਦੇ ਉੱਤੇ 3 ਸਾਲ ਦਾ ਬੈਨ ਸੀਗਾ। ਤੇ ਜੇ 1 ਸਾਲ ਤੋਂ ਜ਼ਿਆਦਾ ਰਹਿ ਜਾਂਦਾ ਗਲਤੀ ਨਾਲ, ਤਾਂ ਉਹਦੇ ਉੱਤੇ 10 ਸਾਲ ਦਾ ਬੈਨ ਸੀਗਾ। ਉਹ 3 ਤੇ 10 ਸਾਲ ਦੇ ਬੈਨ ਨੂੰ ਹਟਾਉਣ ਦੀ ਗੱਲ ਹੈ ਇਸ ਬਿੱਲ ਦੇ ਵਿੱਚ। ਹਾਂਜੀ, ਸੋ ਇੱਕ ਵੇਲਾ ਹੋਰ ਹੋ ਗਿਆ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਬ੍ਰੇਕ ਤੋਂ ਬਾਅਦ ਕਿਤੇ ਜਾਈਓ ਨਾ ਜੀ, ਹੁਣੀ ਹਾਜ਼ਰ ਹੁੰਨੇ ਤੁਹਾਡੇ ਸਾਹਮਣੇ। ਇਸੇ ਤਰ੍ਹਾਂ ਇਮੀਗ੍ਰੇਸ਼ਨ ਬਿੱਲ ਤੇ ਚਰਚਾ ਚੱਲੇਗੀ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਇਮੀਗ੍ਰੇਸ਼ਨ ਬਿੱਲ ਜਿਹੜਾ ਪੇਸ਼ ਕੀਤਾ ਗਿਆ ਹੈ ਬਾਈਡਨ ਪ੍ਰਸ਼ਾਸਨ ਵੱਲੋਂ, ਉਹਦੇ ਬਾਰੇ ਚਰਚਾ ਚੱਲ ਰਹੀ ਸੀ। ਵਿਵੇਕ ਜੀ, ਕਾਫੀ ਬਿੱਲ ਹੈਵੀ, ਭਾਰੀ ਭਰਕਮ ਇਹਨੂੰ ਕਹਿ ਸਕਦੇ ਹਾਂ ਆਪਾਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੋਲੀਟੀਕਲ ਅਸਾਈਲਮ ਇੱਥੇ ਬਹੁਤ ਜ਼ਿਆਦਾ ਫਾਈਲ ਹੁੰਦੇ ਨੇ ਜੀ। ਔਰ ਪੋਲੀਟੀਕਲ ਅਸਾਈਲਮ ਤੇ ਵੀ ਕੋਈ ਇਹਦੇ ਵਿੱਚ ਰੱਖਿਆ ਗਿਆ ਪ੍ਰਾਵਧਾਨ ਜੀ। ਪੋਲੀਟੀਕਲ ਅਸਾਈਲਮ 'ਚ ਕੁਝ ਜਿਹੜੀ ਚੀਜ਼ਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਲਾਗੂ ਕੀਤੀਆਂ ਸੀਗੀਆਂ, ਉਹਨਾਂ ਨੂੰ ਢਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜਿੱਦਾਂ ਫਿਲਹਾਲ ਜਿਹੜੇ ਲੋਕੀ ਉਹਨਾਂ ਨੇ ਅੰਡਰ US ਰੈਪ ਪ੍ਰੋਗਰਾਮ ਰੱਖੇ ਸੀਗੇ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਅਸਾਈਲਮ ਅਪਲਾਈ ਕਰੋ, ਉਹਦੇ ਵਿੱਚ ਲਗਭਗ 75,000 ਬੰਦਾ ਸੀਗਾ। ਉਹਨਾਂ ਦੇ ਵਿੱਚੋਂ 25,000 ਲੋਕਾਂ ਨੂੰ ਉਹਨਾਂ ਨੇ ਸ਼ੁਰੂ ਕਰਤਾ ਆਲਰੇਡੀ। 19 ਫਰਵਰੀ ਨੂੰ ਪਹਿਲਾ ਜੱਥਾ ਜਿਹੜਾ ਉਹਦਾ ਸ਼ੁਰੂ ਹੋ ਗਿਆ ਆਉਣਾ। ਹਰ ਰੋਜ਼ 300 ਦੇ ਹਿਸਾਬ ਨਾਲ ਇੱਕ ਪੋਰਟ ਆਫ ਐਂਟਰੀ ਤੋਂ, ਤੇ ਤਿੰਨ ਪੋਰਟ ਆਫ ਐਂਟਰੀ ਜਿੱਥੋਂ ਲੈਣਗੇ, ਤੇ ਤਿੰਨਾਂ ਪੋਰਟਾਂ ਤੋਂ ਇਹ ਮੰਨ ਲਓ 700-800 ਕਰੀਬਨ ਬੰਦਾ ਜਿਹੜਾ ਹੈ ਉਹ ਅੰਦਰ ਉਹਨਾਂ ਨੂੰ ਐਂਟਰੀ ਕਰਾਉਣਗੇ, ਤੇ ਉਹ ਇੱਥੇ ਰਹਿ ਕੇ ਅੰਦਰ ਰਹਿ ਕੇ ਆਪਣਾ ਅਸਾਈਲਮ ਦੀ ਐਪਲੀਕੇਸ਼ਨ ਲਾ ਸਕਦੇ ਨੇ, ਜਿਹੜਾ ਕਿ ਪਹਿਲਾਂ ਉਹਨਾਂ ਨੂੰ ਬਾਹਰ ਰਹਿ ਕੇ ਲਾਣੀ ਪੈਂਦੀ ਸੀ। ਮੈਕਸੀਕੋ ਬਹੁਤ ਵੱਡਾ ਰੈਫਿਊਜੀ ਸੈਂਟਰ ਬਣ ਗਿਆ ਸੀਗਾ, ਤੇ ਉਹਦੀ ਤਾਦਾਦ ਕਰੀਬਨ 75,000 ਲੋਕਾਂ ਦੀ ਹੈ। ਉਹਦੇ ਇਲਾਵਾ ਜਿਹੜੇ ਇਸ ਬਿੱਲ ਦੇ ਅੰਦਰ ਜਿਹੜੀ ਪ੍ਰਾਵਧਾਨ ਜਿਹਨਾਂ ਨੇ ਦਿੱਤੇ ਨੇ, ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਸੀਗਾ ਕਿ ਤੁਸੀਂ ਵਰਕ ਪਰਮਿਟ 180 ਦਿਨਾਂ ਤੋਂ ਵਧਾ ਕੇ 365 ਦਿਨਾਂ ਤੇ ਕਰਤਾ ਸੀਗਾ, ਕਿ 365 ਦਿਨਾਂ ਬਾਅਦ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਅੱਛਾ, ਅੱਗੇ 6 ਮਹੀਨੇ ਬਾਅਦ ਸੀ, ਹੁਣ ਸਾਲ ਬਾਅਦ ਕਰਤਾ ਸੀਗਾ। ਪਰ ਇਸ ਦੇ ਅੰਦਰ ਉਹ ਵਾਪਸ ਉਹਨੂੰ ਮੋੜ ਕੇ 6 ਮਹੀਨਿਆਂ ਦੇ ਕੋਸ਼ਿਸ਼ ਕੀਤੀ। ਹਾਂਜੀ, ਉਹਦੇ ਉੱਤੇ 6 ਮਹੀਨਿਆਂ ਦੇ ਬਾਅਦ ਤੁਸੀਂ ਕਰ ਸਕਦੇ ਹੋ। ਦੂਜਾ ਇੱਕ ਬਾਰ ਹੁੰਦਾ ਸੀਗਾ ਕਿ ਤੁਸੀਂ ਅਸਾਈਲਮ 1 ਸਾਲ ਦੇ ਅੰਦਰ ਫਾਈਲ ਕਰ ਸਕਦੇ ਹੋ ਕੰਟਰੀ ਦੇ ਐਂਟਰੀ ਕਰਨ ਦੇ ਬਾਅਦ। ਜੇ ਤੁਸੀਂ ਅੱਜ ਐਂਟਰ ਹੋਏ ਹੋ ਤਾਂ ਅਗਲੇ ਸਾਲ ਦੀ ਇਸੇ ਤਰੀਕ ਤੋਂ ਪਹਿਲਾਂ ਤੁਹਾਡੀ ਅਸਾਈਲਮ ਦੀ ਐਪਲੀਕੇਸ਼ਨ ਅੰਦਰ ਹੋਣੀ ਚਾਹੀਦੀ ਹੈ, ਜਮ੍ਹਾਂ ਹੋਣੀ ਚਾਹੀਦੀ ਹੈ, ਨਹੀਂ ਤਾਂ ਤੁਹਾਡੇ ਉੱਤੇ ਬਾਰ ਸੀਗਾ, ਤੁਸੀਂ ਅਪਲਾਈ ਨਹੀਂ ਕਰ ਸਕਦੇ ਸੀਗੇ ਅਸਾਈਲਮ ਲਈ। ਤੇ ਉਹ ਜਿਹੜੀ ਲਿਮਿਟੇਸ਼ਨ ਹੈ ਉਹ ਵੀ ਹਟਾਉਣ ਦੀ ਗੱਲ ਇਸ ਬਿੱਲ ਦੇ ਅੰਦਰ ਹੈਗੀ ਹੈ। ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, 3 ਸਾਲ ਤੇ 10 ਸਾਲ ਦਾ ਜਿਹੜਾ ਬੈਨ ਹੈ, ਆਈ ਥਿੰਕ ਉਹ ਬਹੁਤ ਲੋਕਾਂ ਲਈ ਰਹੇਗਾ, ਕਿਉਂਕਿ ਜਿਹੜੇ ਲੋਕ 10-10 ਸਾਲ ਦਾ ਵੀਜ਼ਾ ਲਵਾ ਕੇ ਆਏ ਨੇ, ਉਹਨਾਂ ਲਈ ਉਹ 10 ਸਾਲ ਦਾ ਵੀਜ਼ਾ ਬੇਕਾਰ ਹੋ ਜਾਂਦਾ ਹੈ ਜੇ ਉਹ 6 ਮਹੀਨੇ ਜਾ ਰਹਿ ਜਾਂਦੇ ਆ। ਤੇ ਹੁਣ ਉਹ 6 ਮਹੀਨੇ ਤੋਂ ਜ਼ਿਆਦਾ ਰਹਿ ਵੀ ਗਏ ਆ ਤੇ ਵਾਪਸ ਜਾ ਕੇ ਫਿਰ ਉਸੇ ਵੀਜ਼ਾ ਤੇ ਵੀ ਦੁਬਾਰਾ ਆ ਸਕਦੇ ਨੇ। ਤੇ ਇਹ ਬੜੀ ਵੱਡੀ ਰਾਹਤ ਵਾਲੀ ਗੱਲ ਹੈ। ਔਰ ਇੱਕ ਮੈਂ ਪੁੱਛਣਾ ਚਾਹੁੰਦਾ, ਇੰਪਲੋਇਮੈਂਟ ਬੇਸਡ ਵੀਜ਼ਾ ਤੇ ਵੀ ਇਹਦੇ ਵਿੱਚ ਕੋਈ ਗੱਲ ਕੀਤੀ ਗਈ? ਇੰਪਲੋਇਮੈਂਟ ਬੇਸਡ ਵੀਜ਼ਾ ਤੇ ਜਿੰਨੇ ਪੁਰਾਣੇ ਜਿਹੜੇ ਕੀ ਕਹਿੰਦੇ ਨੇ ਅਨਯੂਟਿਲਾਈਜ਼ਡ ਵੀਜ਼ਾਸ ਨੇ, ਉਹਨਾਂ ਨੂੰ ਯੂਟੀਲਾਈਜ਼ ਕਰਨ ਦੀ ਗੱਲ ਹੈਗੀ ਹੈ, ਬੈਕਲੌਗ ਨੂੰ ਖ਼ਤਮ ਕਰਨ ਦੀ ਗੱਲ ਹੈ। ਤੇ ਜਿਹੜੇ ਸਪਾਊਸਿਸ ਨੇ ਉਹਨਾਂ ਇੰਪਲੋਇਮੈਂਟ ਬੇਸਡ ਵੀਜ਼ਾ ਦੇ, ਉਹਨਾਂ ਦੀ ਗਿਣਤੀ ਇਹ ਵੀਜ਼ਾ ਨੰਬਰਸ ਦੇ ਅਗੇਂਸਟ ਨਹੀਂ ਹੋਏਗੀ, ਉਹ ਫੈਮਿਲੀ ਬੇਸਡ ਦੇ ਅੰਦਰ ਉਹਨਾਂ ਨੂੰ ਲਿੱਤਾ ਜਾਏਗਾ। ਤੇ ਉਹਦੇ ਨਾਲ ਬਹੁਤ ਸਾਰਾ ਵੀਜ਼ਾ ਜਿਹੜਾ ਤੁਹਾਡਾ ਉਹ ਵੀਜ਼ਾ ਨੰਬਰ ਖੁੱਲ੍ਹ ਜਾਏਗਾ। ਇਹਦੇ ਇਲਾਵਾ ਡਾਇਵਰਸਿਟੀ ਵੀਜ਼ਾ ਲੋਟਰੀ ਜਿਹੜੀ ਹੈ ਉਹਨੂੰ 50,000 ਤੋਂ ਵਧਾ ਕੇ 55,000 ਤੋਂ ਵਧਾ ਕੇ 80,000 ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਤੇ ਯੂ ਵੀਜ਼ਾ ਜਿਹੜਾ ਹੁੰਦਾ ਸੀਗਾ, ਜਿਹੜਾ ਕਿ ਇਫ ਯੂ ਆਰ ਅ ਵਿਕਟਿਮ ਆਫ ਅ ਕ੍ਰਾਈਮ, ਯੂ ਵੀਜ਼ਾ ਦੇ ਅੰਦਰ 10,000 ਹਰ ਸਾਲ ਯੂ ਵੀਜ਼ਾ ਇਸ਼ੂ ਹੁੰਦੇ ਸੀਗੇ, ਉਹਨੂੰ ਵਧਾ ਕੇ 30,000 ਵੀਜ਼ਾ ਕਰਨ ਦੀ ਗੱਲ ਹੋ ਰਹੀ ਹੈ। ਤੇ ਇਹ ਬਹੁਤ ਜਿਹੜੀਆਂ ਨੇ ਇਸ ਤਰੀਕੇ ਦੀਆਂ ਕਾਫੀ ਸਾਰੀ ਚੇਂਜਸ ਨੇ। ਇੱਕ ਸੈਂਟਰਲ ਅਮਰੀਕਾ ਜਿਹੜੇ ਕੈਂਪ ਪ੍ਰੋਗਰਾਮ ਹੁੰਦਾ ਸੀਗਾ, ਸੈਂਟਰਲ ਅਮਰੀਕਨ ਮਾਈਨਰਸ ਜਿਹੜੇ ਬੱਚੇ 18 ਸਾਲ ਤੋਂ ਘੱਟ ਨੇ ਸੈਂਟਰਲ ਅਮਰੀਕਨ ਕੰਟਰੀਜ਼ ਦੇ,
ਉਹਨਾਂ ਲਈ ਸਪੈਸ਼ਲ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਿੱਚ ਉਹਨਾਂ ਨੂੰ ਅਸਾਈਲਮ ਅਪਲਾਈ ਕਰਨ ਦੀ ਲੋੜ ਨਹੀਂ ਹੋਏਗੀ, ਲੇਕਿਨ ਡਾਇਰੈਕਟਲੀ ਉਹ ਇਮੀਗ੍ਰੇਸ਼ਨ ਲੈ ਸਕਣਗੇ। ਤੇ ਆਈਸ ਐਂਡ CBP ਆਫਿਸਰਸ ਦੀ ਲਗਾਤਾਰ ਜਿਹੜੀ ਹੈ ਉਹਨਾਂ ਦੀ ਟ੍ਰੇਨਿੰਗ ਦੂਜੇ ਤਰੀਕੇ ਨਾਲ ਹੋਏਗੀ ਤਾਂ ਕਿ ਰੇਸਿਜ਼ਮ ਨੂੰ ਖਤਮ ਕੀਤਾ ਜਾ ਸਕੇ। ਫੋਰਸ ਕਿੱਦਾਂ ਯੂਜ਼ ਕਰਨੀ ਹੈ, ਯੂਜ਼ ਆਫ ਫੋਰਸ, ਉਹਦੇ ਉੱਤੇ ਬਹੁਤ ਸਾਰੀ ਸਟ੍ਰਿਕਟ ਗਾਈਡਲਾਈਨਸ ਜਿਹੜੀਆਂ ਉਹ ਆ ਰਹੀਆਂ ਨੇ। ਇਮੀਗ੍ਰੇਸ਼ਨ ਕੋਰਟਸ ਦੇ ਅੰਦਰ ਐਡਮਿਨਿਸਟ੍ਰੇਸ਼ਨ ਨੂੰ ਚੇਂਜ ਕਰਨ ਲਈ, ਐਡਮਿਨਿਸਟ੍ਰੇਸ਼ਨ ਨੂੰ ਹੋਰ ਇਫੈਕਟਿਵ ਬਣਾਉਣ ਲਈ ਉਹਦੇ ਅੰਦਰ ਕਾਫੀ ਚੇਂਜਸ ਨੇ। ਤੇ 2024 ਤੱਕ ਨਵਾਂ ਪ੍ਰੋਗਰਾਮ ਸੈਟਅਪ ਹੋ ਰਿਹਾ ਜਿਹਦੇ ਵਿੱਚ 55 ਇਮੀਗ੍ਰੇਸ਼ਨ ਜੱਜ ਹਰ ਸਾਲ ਉਹਨਾਂ ਦੀ ਨਿਯੁਕਤੀ ਹੋਏਗੀ 2024 ਤੱਕ। ਤੇ ਥੀਸ ਆਰ ਸਮ ਆਫ ਦ ਮੇਜਰ ਚੇਂਜਸ ਜਿਹੜੀ ਕਿ ਸਾਨੂੰ ਦੇਖਣ ਨੂੰ ਮਿਲਣਗੀਆਂ। ਤੇ ਮੈਨੂੰ ਲੱਗਦਾ ਹੈ ਕਿ ਮੈਂ ਇਹ ਨਹੀਂ ਕਹਿ ਸਕਦਾ ਇਹ ਪਰਫੈਕਟ ਹੈਗਾ ਬਿੱਲ ਜਾਂ ਗੁੱਡ ਹੈਗਾ, ਬਟ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਇਸ ਦੇ ਹਿਸਾਬ ਨਾਲ ਸਾਨੂੰ ਦੇਖਣ ਨੂੰ ਮਿਲੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਕਿਸ ਤਰਫ ਮੋੜ ਖਾਂਦਾ ਹੈ। ਬਹੁਤ ਸਾਰਾ ਜਿਹੜਾ ਦੇਖਣ ਦੇ ਅੰਦਰ ਮਿਲ ਰਿਹਾ ਇਸ ਬਿੱਲ ਦੇ ਅੰਦਰ ਉਹ ਇਹ ਹੈ ਕਿ ਜਿਹੜੀ ਪਾਲਿਸੀਜ਼ ਮਿਸਟਰ ਟਰੰਪ ਲੈ ਕੇ ਆਏ ਸੀਗੇ ਉਨ ਪਾਲਿਸੀਜ਼ ਦੇ ਬਿਲਕੁਲ ਉਲਟ ਇਸ ਬਿੱਲ ਦੇ ਅੰਦਰ ਪਾਲਿਸੀਜ਼ ਆਈਆਂ ਨੇ। ਜਿੱਦਾਂ ਦੀਵਾਰ ਦੀ ਪਾਲਿਸੀ ਸੀਗੀ ਵਾਲ ਔਨ US ਮੈਕਸੀਕੋ ਬਾਰਡਰ ਸੀਗੀ, ਉਸ ਵਾਲ ਨੂੰ ਇਹਨਾਂ ਨੇ ਕਿਹਾ ਕਿ ਇਹ ਵਾਲ ਜਿਹੜੀ ਹੈ ਰੋਕਥਾਮ ਨਹੀਂ ਦਿਖਾਏਗੀ, ਇਹ ਦਿਖਾਏਗੀ ਕਿ ਇੱਥੇ ਸਾਡਾ ਦੇਸ਼ ਖਤਮ ਹੁੰਦਾ ਹੈ। ਲੇਕਿਨ ਉਹ ਇਹ ਨਹੀਂ ਹੋਇਆ ਕਿ ਤੁਹਾਡੀ ਐਂਟਰੀ ਬੈਨ ਹੈ ਇਸ ਦੀਵਾਰ ਤੋਂ ਬਾਅਦ। ਹਿਊਮੈਨੀਟੇਰੀਅਨ ਜਿਹੜਾ ਪਰਸਪੈਕਟਿਵ ਹੈਗਾ ਕੰਟਰੀ ਦਾ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਫਿਊਜੀ ਰੀਕਨਸਟਰਕਸ਼ਨ ਬਿੱਲ ਦੇ ਥਰੂ ਕਿ ਅਸੀਂ ਕਿੱਦਾਂ ਰੈਫਿਊਜੀਜ਼ ਨੂੰ ਇੱਥੇ ਵਸਾਵਾਂਗੇ ਆਪਣੇ ਦੇਸ਼ ਦੇ ਅੰਦਰ। ਤੇ ਇੱਕ ਚੀਜ਼ ਹੈਗੀ ਹੈ ਮੇਰੇ ਖਿਆਲ ਜਿਹੜੀ ਮੈਨੂੰ ਲੱਗਦਾ ਕਿ ਇਸ ਬਿੱਲ ਦੇ ਅੰਦਰ ਐਡਰੈਸ ਨਹੀਂ ਹੋਈ, ਉਹ ਹੈਗੀ ਹੈ ਹੈਲਥ ਕੇਅਰ ਵਰਕਰਸ ਨੂੰ ਕਿੱਦਾਂ ਐਡਰੈਸ ਕੀਤਾ ਜਾਏਗਾ। ਉਹਦੇ ਬਾਰੇ ਨਹੀਂ ਹੈ ਕਿ ਕਿੱਦਾਂ ਅਸੀਂ ਹੋਰ ਹੈਲਥ ਕੇਅਰ ਵਰਕਰਸ ਦੇਸ਼ ਦੇ ਵਿੱਚ ਲੈ ਕੇ ਜਾ ਸਕਦੇ ਹਾਂ। ਕਿਹਾ ਵਾ ਵੀ ਹੈਲਥ ਕੇਅਰ ਵਰਕਰ ਚਾਹੀਦੇ ਨੇ, ਪਰ ਉਹਦੇ ਬਾਰੇ ਇਸ ਬਿੱਲ 'ਚ ਮੈਨੂੰ ਕੁਝ ਦੇਖਣ ਨੂੰ ਨਹੀਂ ਮਿਲਿਆ ਕਿ ਹੈਲਥ ਕੇਅਰ ਵਰਕਰਸ ਦੇ ਬਾਰੇ ਇਹਨਾਂ ਨੇ ਕੋਈ ਸਪੈਸ਼ਲ ਪ੍ਰੋਵੀਜ਼ਨਸ ਜਿਹੜੇ ਆ ਇਸ ਬਿੱਲ ਦੇ ਅੰਦਰ ਰੱਖੇ ਨੇ। ਕਿਉਂਕਿ H1B ਤੇ H4 ਜਿਹੜੇ ਉਹਨਾਂ ਦੇ ਸਪਾਊਸ ਦਾ ਪਿੱਛੇ ਜੇ ਬਹੁਤ ਰੌਲਾ ਪਿਆ ਹੋਇਆ ਸੀ, ਉਹਦੇ ਬਾਰੇ ਵੀ ਕੁਝ ਇਹਦੇ 'ਚ ਕਿਹਾ ਗਿਆ। ਕਿਉਂਕਿ ਪਿੱਛੇ ਜੇ ਇਹ ਵੀ ਹੋਈ ਸੀ ਗੱਲ ਕਿ H1B ਦਾ ਲੋਟਰੀ ਸਿਸਟਮ ਖਤਮ ਕਰਕੇ ਟਰੰਪ ਪ੍ਰਸ਼ਾਸਨ ਵੇਲੇ ਤੇ ਉਹ ਸੈਲਰੀ ਬੇਸਡ ਦਾ ਕੀਤਾ ਗਿਆ ਸੀ। ਹਾਂਜੀ, ਉਹ ਸਾਰੀ ਚੀਜ਼ਾਂ ਨੇ ਉਲਟ ਹੋ ਗਈਆਂ ਨੇ। ਜਿੱਦਾਂ H1 ਦਾ ਸੈਲਰੀ ਦਾ ਉਹ ਸੀਗਾ, ਉਹਦੇ ਉੱਤੇ ਹੁਣੇ ਲੇਟੈਸਟ ਜਿਹੜੀ ਹੈ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਆਈ ਹੈ ਕਿ ਦੋਜ਼ ਨਿਊ ਸੈਲਰੀਜ਼ ਵਿਲ ਨਾਟ ਬੀ ਇਫੈਕਟਿਵ। ਉਹ ਚੀਜ਼ਾਂ ਆਲਰੇਡੀ ਹੋ ਚੁੱਕੀਆਂ। ਟੇਕ ਕੇਅਰ H4 ਵਾਲਾ ਮੁੱਦਾ ਆਈ ਡੋਂਟ ਥਿੰਕ ਕਿ ਉਹ ਰਹੇਗਾ। ਹਾਂ, ਉਹਦੇ ਨਾਲ ਉਹਨਾਂ ਨੇ ਇਹ ਵੀ ਕਰਤਾ ਕਿ ਹੁਣ ਜਿਹੜੇ H4 ਦੇ ਸਪਾਊਸਿਸ ਨੇ, ਪਹਿਲਾਂ ਘੱਟ ਵੀਜ਼ਾ ਨੰਬਰ ਇਸ ਕਰਕੇ ਹੁੰਦੇ ਸੀਗੇ ਕਿਉਂਕਿ ਜਿਹੜਾ ਫੈਮਿਲੀ ਮੈਂਬਰ ਦੇ ਇੱਕ ਬੰਦਾ ਜਿਹੜਾ ਇੰਪਲੋਇਮੈਂਟ 'ਤੇ ਆਇਆ ਹੈ ਅਤੇ ਉਹਦੇ ਨਾਲ 3 ਬੰਦੇ ਹੋਰ ਨੇ ਪਿੱਛੇ, ਉਹ ਵੀ ਉਸ ਨੰਬਰ ਦੇ ਖਿਲਾਫ ਉਹਨਾਂ ਦੀ ਕਾਊਂਟਿੰਗ ਹੁੰਦੀ ਸੀਗੀ। ਹੁਣ ਉਹਨਾਂ ਦੀ ਨੰਬਰ ਦੀ ਕਾਊਂਟਿੰਗ ਨਹੀਂ ਹੋਏਗੀ। ਸੋ ਓਨਲੀ ਦ ਮੇਨ ਐਪਲੀਕੈਂਟ ਵਿਲ ਬੀ ਕਾਊਂਟਡ ਅਗੇਂਸਟ ਦ ਵੀਜ਼ਾ ਨੰਬਰ। ਸੋ ਦੈਟ ਵਿਲ ਆਲਸੋ ਓਪਨ ਅਪ ਮੋਰ ਨੰਬਰ ਆਫ ਵੀਜ਼ਾਸ ਫॉर them। ਤੇ ਆਈ ਥਿੰਕ ਇੱਕ ਜਿਹੜੀ ਹੋਰ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਟਰੰਪ ਦੇ ਟਾਈਮ ਤੇ ਬੱਚਿਆਂ ਨੂੰ ਤੇ ਮਾਪਿਆਂ ਨੂੰ ਵੱਖ ਕੀਤਾ ਗਿਆ ਸੀਗਾ, ਉਹ ਬਹੁਤ ਵੱਡਾ ਇਸ਼ੂ ਵੀ ਬਣਿਆ ਸੀਗਾ। ਤੇ ਉਹਨੂੰ ਵੀ ਇਹਨਾਂ ਨੇ ਕਿਹਾ ਕਿ ਯੂ ਕੈਨ ਨਾਟ ਹਿਊਮੇਨਲੀ ਡਿਟੇਨ ਐਨੀ ਚਾਈਲਡ, ਤੇ ਬੱਚਾ ਕੋਈ ਵੀ ਡਿਟੇਨ ਨਹੀਂ ਹੋਏਗਾ ਕਿਸੇ ਵੀ ਤਰੀਕੇ ਨਾਲ। ਤੇ ਇਸ ਦੇ ਉੱਤੇ ਵੀ ਕਾਫੀ ਜ਼ੋਰ ਜਿਹੜਾ ਇਸ ਬਿੱਲ ਦੇ ਅੰਦਰ ਦਿੱਤਾ ਗਿਆ। ਤੇ ਮੇਰੇ ਖਿਆਲ ਆਉਣ ਦੇ ਸਮੇਂ 'ਚ ਦੇਖਾਂਗੇ ਕਿ ਕੀ ਹੋਰ ਚੀਜ਼ਾਂ ਸਾਨੂੰ ਦੇਖਣ। ਬਿਲਕੁਲ ਜੀ, ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਬਿੱਲ ਕਾਫੀ ਭਾਰੀ ਭਰਕਮ ਹੈ। ਲੱਗਦਾ ਵੀ ਇਮੀਗ੍ਰੇਸ਼ਨ ਪਾਲਿਸੀ ਹੀ ਅਮਰੀਕਾ ਦੀ ਚੇਂਜ ਹੋਣ ਜਾ ਰਹੀ ਹੈ। ਔਰ ਕਦੋਂ ਤੱਕ ਚੇਂਜ ਹੁੰਦੀ ਹੈ ਜਾਂ ਇਹ ਬਿੱਲ ਪਾਸ ਹੁੰਦਾ ਜਾਂ ਇਹਦੇ 'ਚ ਕਿਹੜੇ ਅੜਿੱਕੇ ਲੱਗਦੇ ਨੇ, ਕਿੱਦਾਂ ਕਿਹੜੇ ਸਟੈਪਸ ਜਾ ਕੇ ਕਿੰਨਾ ਸਮਾਂ ਲੱਗਦਾ ਇੱਥੇ ਤੱਕ ਪਹੁੰਚਣ ਨੂੰ, ਜੋ ਬਿੱਲ ਦੇ ਵਿੱਚ ਹੈ ਉਹ ਤਾਂ ਹਾਲੇ ਪਤਾ ਨਹੀਂ। ਲੇਕਿਨ ਹਾਂ, ਬਾਈਡਨ ਪ੍ਰਸ਼ਾਸਨ ਵੱਲੋਂ ਜੋ ਬਾਈਡਨ ਨੇ ਜੋ ਕਾਰਵਾਈ ਕੀਤੀ ਹੈ, ਜੋ ਉਹਨਾਂ ਨੇ ਵਾਅਦਾ ਕੀਤਾ ਸੀ, ਉਹਨੂੰ ਨਿਭਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਤੁਸੀਂ ਸਾਨੂੰ ਸੁਝਾਅ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.com। ਅਗਲੇ ਹਫਤੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।